ਪ੍ਰੋਗਰਾਮ ਸ਼ਬਦ ਵਿਚਾਰ। ਜਿਵੇਂ ਤੁਸੀਂ ਜਾਣਦੇ ਹੋ, ਇਹ ਪ੍ਰੋਗਰਾਮ ਆਪਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਹੋਇਆ ਹੈ, ਜੋ 2021 ਦੇ ਵਿੱਚ ਸਿੱਖ ਪੰਥ ਦੇ ਅੰਦਰ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਣਾ ਆ। ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਵਿਚਾਰ ਕਰਦੇ ਆ ਰਹੇ ਹਾਂ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆਪਾਂ ਨੂੰ ਪ੍ਰਾਪਤ ਹੁੰਦੀ ਹੈ। ਪਹਿਲੇ 18 ਸ਼ਬਦ ਆਪ ਜੀ ਸਰਵਣ ਕਰ ਚੁੱਕੇ ਹੋਏ ਹੋ। 19 ਨੰਬਰ ਸ਼ਬਦ ਆਪਾਂ ਇਸ ਹਿੱਸੇ ਵਿੱਚ ਸਾਂਝਾ ਕਰਾਂਗੇ। ਹੋ ਸਕਿਆ ਤਾਂ 20 ਨੰਬਰ ਸ਼ਬਦ ਵੀ ਆਪਾਂ ਨਾਲ ਹੀ ਸਾਂਝਾ ਕਰ ਲੈਣਾ ਹੈ। ਸੋ ਆਓ, ਤੁਸੀਂ ਵੇਖ ਰਹੇ ਹੋ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ, ਤੇ ਮੈਂ ਜਸਵਿੰਦਰ ਸਿੰਘ ਫਤਿਹ ਦੀ ਸਾਂਝ ਪਾ ਕੇ ਆਪਾਂ ਸ਼ਬਦ ਵਿਚਾਰ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 19 ਨੰਬਰ ਸ਼ਬਦ 20 ਸੋਰਠ ਰਾਗ ਦੇ ਵਿੱਚ ਆ। ਸ਼ਬਦਾਂ ਦੀ ਗਿਣਤੀ ਵਿੱਚ ਇਹ 19 ਨੰਬਰ ਹੈ, ਤੇ ਸੋਰਠ ਰਾਗ ਦੇ ਵਿੱਚ ਜੇ ਆਪਾਂ ਸ਼ਬਦ ਦੀ ਸੰਖਿਆ ਵੇਖੀਏ ਤੇ 5ਵਾਂ ਸ਼ਬਦ ਆ। ਲਿਖਦੇ ਹਨ ਸੋਰਠ ਮਹਲਾ ਨਾਵਾਂ, ਮਨ ਪ੍ਰਾਣੀ ਕੌਣ ਉਪਾਉ ਕਰੈ, ਜਾਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੈ। ਰਹਾਉ। ਕੌਣ ਕਰਮ ਵਿਦਿਆ ਕਹੋ ਕੈਸੀ, ਧਰਮ ਕੌਣ ਫੁਨ ਕਰ ਰਹੀ, ਕੌਣ ਨਾਮ ਗੁਰ ਜਾ ਕੈ ਸਿਮਰੈ, ਭਵ ਸਾਗਰ ਕਉ ਤਰਈ। ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਹਿ ਜਪੈ ਗਤ ਪਾਵੈ, ਔਰ ਧਰਮ ਤਾਕੈ ਸਮ ਨਾਹਨ, ਇਹ ਵਿਦ ਵੇਦ ਬਤਾਵੈ। ਸੁਖ ਦੁਖ ਦੋਨੋਂ ਸੁਖ ਦੁਖ ਰਹਿਤ ਸਦਾ ਨਿਰਲੇਪੀ, ਜਾ ਕਉ ਕਹਤ ਗੁਸਾਈ, ਸੋ ਤੁਮ ਹੀ ਮਹਿ ਬਸੈ ਨਿਰੰਤਰ, ਨਾਨਕ ਦਰਪਨ ਨਿਆਈ। ਇਹ 19 ਨੰਬਰ ਸ਼ਬਦ ਹੈ। ਮੂਲ ਪਾਠ ਆਪ ਜੀ ਨੇ ਸਰਵਣ ਕੀਤਾ। ਉਚਾਰਨ ਅਤੇ ਵਿਸ਼ਰਾਮ ਸੇਧਾਂ ਦੀ ਗੱਲ ਆਪਾਂ ਕਰੀਏ। ਪ੍ਰਾਨੀ ਕੌਣ ਉਪਾਉ ਕਰੈ, ਇਹ ਤੁਕ ਨੂੰ ਆਪਾਂ ਇੱਦਾਂ ਪੜ੍ਹਨਾ ਆ। ਪ੍ਰਾਨੀ ਕੌਣ ਉਪਾਉ ਕਰੈ, ਜਾਤੇ ਭਗਤ ਰਾਮ ਕੀ ਪਾਵੈ। ਇਹਨੂੰ ਜਾਨ ਤੇ ਨਹੀਂ ਪੜ੍ਹਨਾ, ਜਾਤ ਤੇ। ਭਗਤ ਰਾਮ ਕੀ ਪਾਵੈ, ਇੱਥੇ ਵਿਸ਼ਰਾਮ ਦੇਣਾ। ਜਮ ਕੋ ਤਰਾਸ ਹਿਰੈ ਹਰੈ। ਰਹਾਉ। ਕੌਣ ਕਰਮ ਵਿਦਿਆ ਕਹੋ ਕੈਸੀ, ਕੌਣ ਕਰਮ ਅਰਧ ਵਿਸ਼ਰਾਮ ਦੇਣਾ ਕਰਮ ਉੱਪਰ, ਵਿਦਿਆ ਕਹੋ ਕੈਸੀ, ਕੈਸੀ ਤੇ ਆ ਕੇ ਪੂਰਨ ਵਿਸ਼ਰਾਮ ਦੇਣਾ। ਧਰਮ ਕੌਣ ਫੁਨ ਕਰ ਰਹੀ, ਇੱਦਾਂ ਪੜ੍ਹਨਾ ਆ। ਕੌਣ ਨਾਮ ਗੁਰ ਜਾ ਕੈ ਸਿਮਰੈ, ਕੌਣ ਨਾਮ ਅਰਧ ਵਿਸ਼ਰਾਮ, ਗੁਰ ਜਾ ਕੈ ਸਿਮਰੈ ਇੱਥੇ ਪੂਰਨ ਵਿਸ਼ਰਾਮ। ਭਵ ਸਾਗਰ ਕਉ ਤਰਈ। ਕਲ ਮੈਂ ਏਕ ਨਾਮ ਕਿਰਪਾ ਨਿਧ, ਕਲ ਮੈਂ ਨਹੀਂ ਪੜ੍ਹਨਾ ਇਸ ਨੂੰ, ਮੰਮੇ ਦਲਾਵਾਂ ਉੱਤੇ ਬਿੰਦਾ ਲਾ ਕੇ ਪਾਠ ਨਹੀਂ ਕਰਨਾ, ਅਸ਼ੁੱਧ ਪਾਠ ਹੋਏਗਾ, ਕਿਉਂਕਿ ਮੈਂ ਸ਼ਬਦ ਪੜਨਾਮ ਹੁੰਦਾ ਆ ਉੱਤਮ ਪੁਰਖ ਦਾ। ਆਪਾਂ ਪਹਿਲਾਂ ਵੀ ਕਈ ਹਿੱਸਿਆਂ 'ਚ ਇਹ ਗੱਲਬਾਤ ਕਰਕੇ ਆਏ ਹਾਂ। ਇੱਥੇ ਇਹ ਸ਼ਬਦ ਸੰਬੰਧ ਕੀ ਹੈ, ਇਸ ਦਾ ਉਚਾਰਨ ਬਿੰਦੀ ਰਹਿਤ ਕਰਨਾ ਹੈ। ਆਪਾਂ ਮੈਂ ਐਦਾਂ ਉਚਾਰਨ ਕਰਨਾ ਆ, ਨੱਕ 'ਚੋਂ ਨਹੀਂ ਬੋਲਣਾ। ਕੋਸ਼ਿਸ਼ ਕਰੀਏ ਵੀ ਨੱਕ ਬੰਦ ਹੋਵੇ ਤੇ ਫਿਰ ਮੰਮੇ ਦਲਾਈਆਂ ਮੈਂ ਬੋਲੀਏ, ਤੇ ਫਿਰ ਇਹਦਾ ਸ਼ੁੱਧ ਉਚਾਰਨ ਹੋਣਾ ਆ। ਕੱਲ ਮੈਂ ਏਕ ਨਾਮ ਕਿਰਪਾ ਨਿਧ ਵਿਸ਼ਰਾਮ, ਜਾਹਿ ਜਪੈ ਗਤ ਪਾਵੈ, ਜਾਹਿ ਜਪੈ ਗਤ ਪਾਵੈ। ਜੱਜੇ ਕੰਨਾ ਹਾਹੇ ਨੂੰ ਸਿਹਾਰੀ, ਇਹਦਾ ਅੰਤ ਨਾਸਕੀ ਪਰ ਲਘੂ ਕਰਨਾ ਆ। ਆਰੰਭ ਇਸ ਦਾ ਦੀਰਘ ਕਰਨਾ ਆ। ਜੱਜੇ ਕੰਨਾ ਜਾ ਦੀਰਘ, ਹਾਹੇ ਨੂੰ ਸਿਹਾਰੀ, ਨਾਸਕੀ ਲਘੂ ਉਚਾਰਨ। ਜਾਹਿ ਜਪੈ ਗਤ ਪਾਵੈ, ਔਰ ਧਰਮ ਤਾਕੈ ਸਮ ਨਾਹਨ, ਇਹ ਬਿਦ ਬੇਦ ਬਤਾਵੈ। ਔਰ ਧਰਮ ਤਾਕੈ ਸਮ ਨਾਹਨ ਇੱਥੇ ਵਿਸ਼ਰਾਮ, ਇਹ ਬਿਦ ਅਰਧ ਵਿਸ਼ਰਾਮ, ਵੇਦ ਬਤਾਵੈ। ਵੇਦ ਦੇ ਦੱਦੇ ਨੂੰ ਔਂਕੜ ਹੈ, ਇੱਕ ਵਚਨ ਪੁਲਿੰਗ ਬਣ ਜਾਂਦਾ ਹੈ। ਸੁਖ ਦੁਖ ਰਹਿਤ ਸਦਾ ਨਿਰਲੇਪੀ ਵਿਸ਼ਰਾਮ, ਜਾ ਕਉ ਕਹਤ ਗੁਸਾਈ। ਗੁਸਾਈ ਈੜੀ ਬਿਹਾਰੀ ਉੱਤੇ ਬਿੰਦੀ ਲਾ ਕੇ ਪੜ੍ਹਨਾ ਆ, ਗੁਸਾਈ ਪਾਠ ਨਹੀਂ ਕਰਨਾ। ਸੋ ਤੁਮ ਹੀ ਮਹਿ ਬਸੈ ਨਿਰੰਤਰ, ਸੋ ਤੁਮ ਹੀ ਮਹਿ ਇੱਦਾਂ ਪਾਠ ਕਰਨਾ। ਬਸੈ ਨਿਰੰਤਰ ਕੌਮਾ ਵਿਸ਼ਰਾਮ ਲਾਉਣਾ। ਨਾਨਕ ਵਿਸ਼ਰਾਮ ਲਾ ਕੇ ਦਰਪਨ ਨਿਆਈ, ਦਰਪਨ ਨਿਆਈ ਇੱਦਾਂ ਪਾਠ ਕਰਨਾ। ਸੋ ਇਹ ਉਚਾਰਨ ਅਤੇ ਵਿਸ਼ਰਾਮਾਂ ਦੇ ਸੰਬੰਧ ਵਿੱਚ ਬੇਨਤੀਆਂ ਸਨ। ਆਓ ਹੁਣ ਆਪਾਂ ਸ਼ਬਦ ਨੂੰ ਸਮਝਦੇ ਹਾਂ। ਇੱਥੋਂ ਗੁਰੂ ਜੀ ਸਾਨੂੰ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਕੀ ਸਮਝਾ ਰਹੇ ਨੇ, ਕੀ ਸੇਧ ਸਾਨੂੰ ਦਿੰਦੇ ਪਏ ਨੇ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਪ੍ਰਾਨੀ ਕੌਣ ਉਪਾਉ ਕਰੈ। ਇਹ ਭਾਈ ਮਨੁੱਖ ਆ ਨਾ ਜਿਹੜਾ, ਇਹ ਕਿਹੜਾ ਇਹੋ ਜਿਹਾ ਤਰੀਕਾ ਅਪਣਾਵੇ, ਕਿਹੜਾ ਯਤਨ ਕਰੇ। ਤਰੀਕਾ ਕਿਹੜਾ ਹੋਵੇ, ਯਤਨ ਕਿਹੜਾ ਹੋਵੇ, ਕੋਸ਼ਿਸ਼ ਕਿਹੜੀ ਕਰੇ, ਕਾਹਦੇ ਵਾਸਤੇ। ਜਾਤੇ ਭਗਤ ਰਾਮ ਕੀ ਪਾਵੈ, ਜਿਸ ਨਾਲ ਇਹ ਪਰਮੇਸ਼ਰ ਜੋ ਰਮਿਆ ਹੋਇਆ ਰਾਮ ਆ, ਈਸ਼ਵਰ ਜੋ ਕਣ ਕਣ ਵਿੱਚ ਵਿਆਪਕ ਆ, ਭਗਤ ਪਾਵੈ, ਉਸ ਦੀ ਭਗਤੀ ਪ੍ਰੇਮਾ ਭਗਤੀ ਨੂੰ ਪਾ ਲਵੇ।
ਜਮ ਕੋ ਤਰਾਸ ਹਰੈ, ਤੇ ਜਮਾਂ ਦਾ ਤਰਾਸ, ਤਰਾਸ ਦਾ ਅਰਥ ਹੁੰਦਾ ਹੈ ਡਰ, ਤਰਾਸ ਦਾ ਅਰਥ ਹੁੰਦਾ ਹੈ ਡਰ। ਜਮਾਂ ਦਾ ਡਰ ਇਸ ਦੇ ਅੰਦਰੋਂ ਨਿਕਲ ਜਾਵੇ। ਮੌਤ ਦਾ ਡਰ, ਮੌਤ ਤੋਂ ਪਿੱਛੋਂ ਜੋ ਭਰਮ ਪਾਇਆ ਵੀ ਇੱਦਾਂ ਹੋਣਾ, ਲੇਖਾ ਜੋਖਾ ਦੇਣਾ, ਉਹ ਸਾਰੇ ਦਾ ਸਾਰਾ ਸਹਿਮ ਮਨ ਵਿੱਚੋਂ ਚੱਕਿਆ ਜਾਏ, ਡਰ ਮਨ ਵਿੱਚੋਂ ਨਿਕਲ ਜਾਵੇ। ਜਮ ਕੋ ਤਰਾਸ ਹਰੈ, ਜਮਾਂ ਦਾ ਤਰਾਸ ਖਤਮ ਹੋ ਜਾਏ, ਡਰ ਖਤਮ ਹੋ ਜਾਵੇ। ਕਿਉਂਕਿ ਡਰ ਉਦੋਂ ਹੁੰਦਾ, ਪਹਿਲਾਂ ਵੀ ਆਪਾਂ ਗੱਲ ਕਰਕੇ ਆਏ ਹਾਂ, ਜਦੋਂ ਕੋਈ ਗਲਤੀ ਕੀਤੀ ਹੋਵੇ। ਪਰ ਜਿੱਥੇ ਤੁਸੀਂ ਕੋਈ ਗਲਤੀ ਨਹੀਂ ਕੀਤੀ ਉੱਥੇ ਤੁਹਾਨੂੰ ਕੋਈ ਡਰ ਨਹੀਂ ਹੁੰਦਾ। ਸੜਕ ਉੱਪਰ ਤੁਸੀਂ ਡਰਾਈਵ ਕਰਕੇ ਜਾ ਰਹੇ ਹੋ, ਸਾਹਮਣੇ ਟ੍ਰੈਫਿਕ ਪੁਲਿਸ ਦਾ ਨਾਕਾ ਲੱਗਿਆ ਹੋਇਆ, ਸੀਟ ਬੈਲਟ ਲਾਈ ਹੋਈ ਆ, ਡਰਾਈਵਿੰਗ ਲਾਇਸੈਂਸ ਕੋਲ ਹੈਗਾ ਆ, ਪੋਲਿਊਸ਼ਨ ਕਾਰਡ ਕਾਰ ਦਾ ਹੈਗਾ, ਇੰਸ਼ੋਰੈਂਸ ਹੈਗਾ, ਕਾਗਜ਼ ਪੱਤਰ ਸਾਰੇ ਪੂਰੇ ਆ, ਤੁਹਾਡੇ ਮਨ 'ਚ ਕੋਈ ਡਰ ਨਹੀਂ ਹੁੰਦਾ ਵੀ ਰੋਕਣਗੇ ਤੇ ਕਾਗਜ਼ ਦਿਖਾ ਦੇਣੇ ਅਸੀਂ ਤੇ ਲੰਘ ਜਾਣਾ ਆ। ਤੇ ਜੇ ਕੋਈ ਕਾਗਜ਼ ਘੱਟ ਹੋਵੇ ਫਿਰ ਉੱਥੇ ਡਰ ਹੁੰਦਾ ਹੈ। ਜਦੋਂ ਆਪਣੇ ਵਿੱਚ ਘਾਟ ਹੋਵੇ, ਜਦੋਂ ਕੋਈ ਗਲਤੀ ਹੋਵੇ, ਉਸ ਵੇਲੇ ਡਰ ਹੁੰਦਾ ਆ। ਜਦੋਂ ਪੂਰਨਤਾਈ ਹੈ, ਸੰਪੂਰਨਤਾਈ ਹੈ, ਉੱਥੇ ਫਿਰ ਕੋਈ ਡਰ ਨਹੀਂ ਹੋਇਆ ਕਰਦਾ, ਉੱਥੇ ਡਰ ਨੂੰ ਕੋਈ ਥਾਂ ਨਹੀਂ ਹੋਇਆ ਕਰਦੀ। ਜਮ ਕੋ ਤਰਾਸ ਹਰੈ, ਜਮਾਂ ਦਾ ਡਰ ਖਤਮ ਹੋ ਜਾਵੇ। ਪਰਮੇਸ਼ਰ ਦੀ ਭਗਤੀ ਐਸੀ, ਰਮੇ ਹੋਏ ਰਾਮ ਦੀ ਪ੍ਰੇਮਾ ਭਗਤੀ ਐਸੀ। ਇਹ ਹੁਣ ਤੁਸੀਂ ਵੇਖਣਾ ਵੀ ਅਸੀਂ ਇਹ ਭਗਤੀ ਕਿਵੇਂ ਕਰਨੀ ਹੈ, ਜਿਹਦੇ ਨਾਲ ਮਨ ਵਿੱਚੋਂ ਭੈ ਖਤਮ ਹੋ ਜਾਣ। ਨਿਰਭਉ ਜਪੈ ਸਗਲ ਭਉ ਮਿਟੈ। ਪਰਮੇਸ਼ਰ ਜੋ ਨਿਰਭਉ ਨਿਰਵੈਰ ਹੈ, ਉਸ ਨੂੰ ਜਪਿਆ ਜਿੰਨੇ ਵੀ ਡਰ ਲੋਕਾਂ ਨੇ ਪਾ ਰੱਖਿਆ ਧਰਮ ਦੇ ਨਾਂ ਤੇ, ਉਹ ਮਿਟ ਜਾਂਦੇ ਆ। ਕਿਉਂਕਿ ਸਾਧ ਸੰਗਤ, ਗੁਰਬਾਣੀ ਨੇ ਜਦੋਂ ਪਰਮੇਸ਼ਰ ਦਾ ਸਰੂਪ ਸਾਡੇ ਸਾਹਮਣੇ ਬਿਆਨ ਕੀਤਾ ਤਾਂ ਪ੍ਰਚਲਿਤ ਸਰੂਪ ਬਿਆਨ ਨਹੀਂ ਕੀਤਾ। ਗੁਰਬਾਣੀ ਨੇ ਦੱਸਿਆ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਗੁਰਬਾਣੀ ਨੇ ਇੱਦਾਂ ਦੱਸਿਆ, ਮੀਠੇ ਹਰ ਗੁਣ ਗਾਓ ਜਿੰਦੂ ਤੂੰ। ਗੁਰਬਾਣੀ ਕਹਿੰਦੀ ਮਿੱਠੇ ਨੇ ਪਰਮੇਸ਼ਰ ਦੇ ਗੁਣ। ਔਰ ਗੁਰਬਾਣੀ ਨੇ ਇਹ ਵੀ ਦੱਸਣਾ ਕੀਤਾ ਆ ਵੀ ਪਰਮੇਸ਼ਰ ਸਦ ਬਖਸ਼ਿੰਦ, ਸਦਾ ਮਿਹਰਬਾਨਾ, ਸਭਨਾਂ ਦੇ ਆਧਾਰੀ, ਸਦਾ ਹੀ ਬਖਸ਼ਿੰਦੇ ਆ, ਸਦਾ ਹੀ ਮਿਹਰਬਾਨ, ਸਾਰਿਆਂ ਨੂੰ ਹੀ ਆਸਰਾ ਦੇਣ ਵਾਲਾ ਆ। ਰੱਬ ਜੀ ਦਾ ਇਹ ਸਰੂਪ ਦਇਆਲੂ ਕਿਰਪਾਲੂ ਬਿਆਨ ਕੀਤਾ ਆ, ਜੋ ਸਾਡੇ ਆਲੇ ਦੁਆਲੇ ਅਨੇਕਾਂ ਰੂਪਾਂ ਦੇ ਵਿੱਚ ਅਸੀਂ ਵੇਖਦੇ ਹਾਂ। ਕੁਦਰਤ ਦੇ ਵਿੱਚ ਪਰਮੇਸ਼ਰ ਹੀ ਵਸਿਆ ਨਾ, ਕੁਦਰਤ ਕਰਕੇ ਵਸਿਆ ਸੋਏ। ਸ੍ਰਿਸ਼ਟੀ ਨੂੰ ਸਾਜ ਕੇ ਇਹਦੇ ਵਿੱਚ ਆਪ ਹੀ ਰਮਿਆ ਹੋਇਆ ਹੈ। ਵੱਖ ਵੱਖ ਰੂਪਾਂ ਦੀ ਰਾਹੀਂ ਪਰਮੇਸ਼ਰ ਸਾਡੀ ਸੰਭਾਲ ਕਰਦਾ ਪਿਆ ਹੈ। ਕਦੇ ਉਹ ਧੁੱਪ ਬਣ ਕੇ, ਕਦੇ ਛਾਂ ਬਣ ਕੇ, ਕਦੇ ਬਾਰਿਸ਼ ਬਣ ਕੇ, ਕਦੀ ਹਵਾ ਬਣ ਕੇ, ਕਦੀ ਦਰਖਤ ਬਣ ਕੇ, ਕਦੀ ਮਿੱਤਰ ਬਣ ਕੇ, ਕਦੀ ਪੇਰੈਂਟਸ ਬਣ ਕੇ, ਕਦੀ ਬੱਚੇ ਬਣ ਕੇ, ਆਲੇ ਦੁਆਲੇ ਪਰਮੇਸ਼ਰ ਹੀ ਤੇ ਹੈ ਜੋ ਹਰ ਵੇਲੇ ਸਾਡੇ ਆਲੇ ਦੁਆਲੇ ਆ ਤੇ ਸਾਡੀ ਉਹ ਸੰਭਾਲ ਕਰ ਰਿਹਾ ਤੇ ਸਾਰਿਆਂ ਦੇ ਉੱਪਰ ਹੀ ਉਹ ਦਇਆਲੂ ਆ, ਬਖਸ਼ਿੰਦੇ ਆ। ਤੇ ਜੇ ਉਹਦਾ ਕੋਈ ਖਾਸ ਰੂਪ ਅਸੀਂ ਬਿਆਨ ਕਰਨਾ ਚਾਹੀਏ ਤਾਂ ਗੁਰੂ ਪਾਤਸ਼ਾਹ ਨੇ ਇਸ ਗੱਲ ਤੇ ਵਿਰਾਮ ਲਾ ਦਿੱਤਾ ਆ। ਮਹਾਰਾਜ ਕਹਿੰਦੇ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਸ ਮੂਰਤ ਨਨਾ ਏਕ ਤੋਹੀ। ਆ ਸਾਰੀਆਂ ਮੂਰਤਾਂ ਹਜ਼ਾਰਾਂ ਤੇਰੀਆਂ ਹੀ ਨੇ, ਪਰ ਜੇ ਉਚੇਚੀ ਕੋਈ ਚਿੱਤਰ ਬਣਾ ਕੇ, ਕੋਈ ਮੂਰਤੀ ਬਣਾ ਕੇ ਆਖੀਏ ਵੀ ਆਹ ਪਰਮਾਤਮਾ ਦੀ ਸ਼ਕਲ ਆ, ਨਾ ਏਕ ਤੇਰੀ। ਮਹਾਰਾਜ ਕਹਿੰਦੇ ਇੱਦਾਂ ਕੋਈ ਪਰਮੇਸ਼ਰ ਦੀ ਜਿਹੜੀ ਮੂਰਤ ਆ ਉਹ ਨਹੀਂ ਬਣਾਈ ਜਾ ਸਕਦੀ। ਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਵ ਚਲਤ ਮੋਹੀ। ਹੁਣ ਇਹ ਸਾਰੀ ਦੀ ਸਾਰੀ ਗੱਲ ਕਹਿਣ ਦਾ ਗੁਰੂ ਸਾਹਿਬ ਦਾ ਭਾਵ ਕੀ ਹੈ? ਪਰਮੇਸ਼ਰ ਵਾਹਿਗੁਰੂ ਜੀ ਨਿਰਾਕਾਰ ਹਨ। ਹਾਂ, ਆਕਾਰ ਦੇ ਵਿੱਚੋਂ ਉਹੀ ਪ੍ਰਗਟਮਾਨ ਹਨ, ਉਹੀ ਪ੍ਰਗਟ ਹੋਏ ਹੋਏ ਹਨ। ਸੋ ਜਦੋਂ ਪਰਮੇਸ਼ਰ ਨਾਲ ਇੱਦਾਂ ਪੀਡੀ ਗੰਢ ਸਾਡੀ ਪੈ ਜਾਂਦੀ ਪ੍ਰੇਮ ਦੀ, ਹੈ ਨਾ, ਫਿਰ ਜਿਹੜੇ ਜਮਾਂ ਦੇ ਤਰਾਸ ਨੇ ਸਾਨੂੰ ਪਾ ਰੱਖਿਆ ਡਰ, ਐਵੇਂ ਪੁਜਾਰੀਵਾਦ ਨੇ ਜਾਂ ਹੋਰ ਧਰਮ ਦੇ ਜਿਹੜੇ ਖਿਆਲਾਤ ਉਹ ਪ੍ਰਚਲਿਤ ਹੋ ਗਏ ਜਿਨ੍ਹਾਂ ਦਾ ਗੁਰਮਤ ਨਾਲ ਕੋਈ ਸੰਬੰਧ ਹੈ ਨਹੀਂ, ਤਾਂ ਉਹ ਸਾਰੀ ਤਰਾਸ ਲੈ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਅਗਲੀਆਂ ਤੁਕਾਂ ਵਿੱਚੋਂ ਇਸ ਦੀ ਵਿਆਖਿਆ ਗੁਰੂ ਸਾਹਿਬ ਹੋਰ ਕਰਦੇ ਹੈ। ਕੌਣ ਕਰਮ ਵਿਦਿਆ ਕਹੋ ਕੈਸੀ, ਧਰਮ ਕੌਣ ਫੁਨ ਕਰ ਰਹੀ। ਗੁਰੂ ਸਾਹਿਬ ਕਹਿੰਦੇ ਕੌਣ ਕਰਮ, ਕਰਮ ਇਹ ਆਪਣੀ ਜ਼ਿੰਦਗੀ 'ਚ ਕਿਹੜਾ ਅਪਣਾਵੇ। ਵਿਦਿਆ ਕਹੋ ਕੈਸੀ, ਕਿਹੋ ਜਿਹੀ ਸਿੱਖਿਆ ਆਪਣੀ ਜ਼ਿੰਦਗੀ 'ਚ ਧਾਰਨ ਕਰੇ। ਧਰਮ ਫੁਨ ਕੌਣ ਫੁਨ ਕਰ ਰਹੀ, ਤੇ ਧਰਮ ਇਹ ਕਿਹੜਾ ਧਾਰਨ ਕਰੇ। ਕਰਮ ਕਿਹੋ ਜਿਹੇ ਹੋਣ, ਸਿੱਖਿਆ ਕਿੱਦਾਂ ਦੀ ਲਵੇ, ਤੇ ਧਰਮ ਕਿਹੜਾ ਧਾਰਨ ਕਰੇ। ਕੌਣ ਨਾਮ ਗੁਰ ਜਾ ਕੇ ਸਿਮਰੈ, ਭਵ ਸਾਗਰ ਕਉ ਤਰਈ। ਕੌਣ ਨਾਮ, ਨਾਮ ਕਿਹੜਾ ਹੋਵੇ, ਗੁਰ ਜਾ ਕੇ ਸਿਮਰੈ, ਜਿਸ ਨੂੰ ਸਿਮਰਨ ਦੇ ਨਾਲ ਨਾਮ ਗੁਰੂ
ਉਹ ਕਿਹੜਾ ਹੋਵੇ ਜਿਸ ਦੀ ਸ਼ਰਨ ਪੈ ਕੇ ਜਿਸ ਨੂੰ ਸਿਮਰਨ ਦੇ ਨਾਲ ਭਵ ਸਾਗਰ ਕਉ ਤਰਈ। ਆ ਭਵ ਸਾਗਰ ਜਿਹਨੂੰ ਆਖਿਆ ਜਾਂਦਾ ਸੰਸਾਰ, ਇਹਨੂੰ ਤਰ ਲਵੇ। ਸਵਾਲ ਹੈ ਹੁਣ, ਤੇ ਇਹਦਾ ਜਵਾਬ ਦਿੱਤਾ, ਕਲ ਮੈਂ ਏਕ ਨਾਮ ਕਿਰਪਾਨਿਦ ਜਾਹਿ ਜਪੈ ਗਤ ਪਾਵੈ। ਕਹਿੰਦੇ ਕੱਲ ਮੈਂ ਏਕ ਨਾਮ ਕਿਰਪਾਨਿਦ, ਕਲਯੁਗ ਦੇ ਵਿੱਚ ਭਾਵ ਇਸ ਸਮੇਂ ਐਟ ਦਾ ਮੋਮੈਂਟ ਪ੍ਰੈਜ਼ੈਂਟ ਸਮਾਂ ਜਿਹੜਾ ਸਾਡਾ ਵਰਤਮਾਨ ਚੱਲ ਰਿਹਾ, ਹੁਣ ਸਮਾਂ ਜੋ ਚੱਲ ਰਿਹਾ ਇਹਨੂੰ ਕਲਯੁਗ ਆਖਿਆ ਗਿਆ। ਕਲਯੁਗ ਦਾ ਅਰਥ ਪ੍ਰੈਜ਼ੈਂਟ, ਜੋ ਹੁਣ ਸਾਡਾ ਸਮਾਂ ਵਰਤਮਾਨ ਚੱਲ ਰਿਹਾ ਹੈ। ਏਕ ਨਾਮ ਕਿਰਪਾਨਿਦ, ਇਸ ਵੇਲੇ ਕਿਰਪਾ ਦੇ ਖਜ਼ਾਨੇ। ਕਿਰਪਾਨਿਦ ਦਾ ਅਰਥ ਕਿਰਪਾ ਦਾ ਖਜ਼ਾਨਾ, ਬਖਸ਼ਿਸ਼ ਦਾ ਖਜ਼ਾਨਾ ਕੌਣ ਹੈ? ਪਰਮੇਸ਼ਰ, ਜੋ ਵੱਖ-ਵੱਖ ਰੂਪਾਂ ਵਿੱਚੋਂ ਦੀ ਪ੍ਰਗਟਿਆ। ਪਰਮੇਸ਼ਰ ਦਾ ਨਾਮ ਜਾਂ ਹੀ ਜਪੈ ਗਤ ਪਾਵੈ, ਉਸ ਨੂੰ ਜਪੇ, ਜਪਣ ਦੇ ਨਾਲ ਇਹਦੀ ਉੱਚੀ ਅਵਸਥਾ ਹੋ ਜਾਏਗੀ। ਉੱਚੀ ਅਵਸਥਾ ਤੋਂ ਭਾਵ ਕੀ ਹੈ? ਇਹ ਨਹੀਂ ਹੈ ਬਈ ਇਹਦਾ ਸਰੀਰ ਬਹੁਤਾ ਉੱਚਾ ਉੱਠ ਜਾਏਗਾ, ਇਹਦਾ ਧਰਤੀ ਤੇ ਪੈਰ ਨਹੀਂ ਲੱਗਣੇ, ਹੈ ਨਾ। ਉਹ ਜਿਹੜਾ ਹੀਲੀਅਮ ਵਾਲਾ ਗੁਬਾਰਾ ਹੁੰਦਾ ਵੀ ਉਹਦੇ ਵਾਂਗੂ ਉੱਪਰ ਉੱਡਦਾ ਫਿਰੇਗਾ, ਨਹੀਂ, ਇੱਦਾਂ ਨਹੀਂ ਹੈ। ਧਰਤੀ ਤੇ ਰਹੇਗਾ, ਆਮ ਪਰਿਵਾਰਾਂ ਵਾਂਗ ਇਸ ਦਾ ਪਰਿਵਾਰ ਰਹੇਗਾ, ਲੋਕਾਂ ਵਾਂਗ ਇਸ ਦਾ ਜੀਵਨ ਹੋਏਗਾ। ਪਰ ਉਸ ਵਿੱਚ ਜੋ ਵਿਚਾਰ ਹੋਣਗੇ, ਕਰਮ ਕਰਨ ਦਾ ਜੋ ਤਰੀਕਾ ਹੋਏਗਾ, ਜੋ ਪ੍ਰਗਟਾਵਾ ਹੋਵੇਗਾ ਕਰਮਾਂ ਦਾ, ਉਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੋਏਗਾ। ਜਿਸ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਰਹਿੰਦਾ ਤਾਂ ਪ੍ਰਹਿਲਾਦ ਹਰਨਾਕਸ਼ ਦੇ ਘਰ ਸੀ, ਹਰਨਾਕਸ਼ ਦੇ ਘਰ ਹੀ ਉਸ ਦਾ ਜਨਮ ਹੋਇਆ, ਹਰਨਾਕਸ਼ ਉਸ ਦਾ ਪਿਤਾ ਸੀ। ਹਰਨਾਕਸ਼ ਨੇ ਗੋਦੀ ਵੀ ਖਿਡਾਇਆ ਹੋਣਾ ਪ੍ਰਹਿਲਾਦ ਨੂੰ, ਪਰ ਅਖੀਰ ਉਸ ਦਾ ਰਸਤਾ ਕੋਈ ਹੋਰ ਤੇ ਹਰਨਾਕਸ਼ ਦਾ ਰਸਤਾ ਕੋਈ ਹੋਰ। ਰਹਿੰਦਾ ਉਹਦੇ ਘਰ ਹੀ ਆ। ਹੁਣ ਪ੍ਰਹਿਲਾਦ ਜੇ ਭਗਤੀ ਕਰਦਾ, ਜੇ ਰੱਬ ਨੂੰ ਪਿਆਰ ਕਰਦਾ, ਗੁਰਬਾਣੀ 'ਚ ਉਦਾਹਰਨ ਲਈ ਗਈ ਹੈ ਨਾ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਪ੍ਰਹਿਲਾਦ ਦੀ ਜੇ ਉਦਾਹਰਨ ਲਈ ਗਈ ਤੇ ਉਹਦਾ ਭਾਵ ਅਰਥ ਇਹ ਨਹੀਂ ਆ ਬਈ ਪ੍ਰਹਿਲਾਦ ਏਦਾਂ ਘਰ ਤੋਂ ਕਿਤੇ ਬਾਹਰ ਰਹਿੰਦਾ ਸੀ, ਉਹ ਪਰਿਵਾਰ 'ਚ ਰਹਿੰਦਾ ਸੀ ਆਪਣੇ। ਹਰਨਾਕਸ਼ ਨੇ ਉਹਨੂੰ ਪੜ੍ਹਨੇ ਪਾਇਆ, ਉਹ ਪੜ੍ਹਨ ਜਾਂਦਾ ਰਿਹਾ, ਪਰ ਉਹ ਕਹਿੰਦਾ ਸੀ ਵੀ ਨਹੀਂ ਬਈ ਬਾਪੂ ਤੂੰ ਠੀਕ ਹੈ, ਰੱਬ ਦਾ ਸਿਰਜਿਆ ਹੋਇਆ, ਪਰਮੇਸ਼ਰ ਤੇਰੇ ਵਿੱਚ ਵੀ ਹੈ, ਮੇਰੇ ਵਿੱਚ ਵੀ ਹੈ, ਪਰ ਤੂੰ ਇਹ ਨਾ ਆਖ ਵੀ ਮੈਂ ਹੀ ਸਭ ਕੁਝ ਕਰਨ ਵਾਲਾ, ਵੀ ਸਰਬ ਕਲਾ ਸਮਰੱਥ ਮੈਂ ਹੀ ਬਣ ਗਿਆ। ਕਿਉਂਕਿ ਕਈ ਬੰਦਿਆਂ ਨੂੰ ਨਾ ਗਲਤ ਗਿਆਨ ਹੋ ਜਾਂਦਾ ਹੈ। ਹੁਣ ਜਦੋਂ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਰੱਬ ਤੁਹਾਡੇ ਵਿੱਚ ਹੈ, ਘੱਟ ਘੱਟ ਮੈਂ ਹਰਜੂ ਵਸ ਹੈ, ਇਹਦਾ ਅਰਥ ਇਹ ਨਹੀਂ ਵੀ ਅਸੀਂ ਆਪਣੇ ਆਪ ਨੂੰ ਮਾਲਕ ਸਮਝ ਬੈਠੀਏ, ਨਹੀਂ। ਇਹਦਾ ਅਰਥ ਇਹ ਹੈ ਵੀ ਸਰਬ ਵਿਆਪਕ ਈਸ਼ਵਰ ਜੋ ਬਹੁਤ ਮਹਾਨ ਆ, ਬਹੁਤ ਜ਼ਿਆਦਾ ਮਹਾਨ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਹਾਂ, ਜਹ ਜਹ ਵੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਆ ਜਿਹੜੀ ਦੂਜੀ ਤੋਂ ਕਹਿਣਾ ਇਹ ਸਮਝਣ ਵਾਲੀ ਆ। ਜਹ ਜਹ ਦੇਖਾਂ ਤਹ ਤਹ ਤੂੰ ਹੈ, ਜਿੱਥੇ ਜਿੱਥੇ ਤੱਕ ਦੇਖਦੀ ਆ ਮਛਲੀ ਬਣ ਕੇ ਨਿਗਾਹ ਜਾਂਦੀ ਹੈ, ਸਾਗਰੇ ਸਾਗਰ ਪਾਣੀਏ ਪਾਣੀਏ ਨਾ, ਤੂੰ ਹੀ ਤੂੰ ਹੈ। ਤੁਝ ਤੇ ਨਿਕਸੀ ਫੂਟ ਮਰਾਂ, ਤੇਰੇ ਤੋਂ ਨਿਕਲ ਕੇ ਬਾਹਰ ਤੇ ਮੌਤ ਹੀ ਮੌਤ ਹੈ। ਜ਼ਿੰਦਗੀ ਤੇਰੇ ਵਿੱਚ ਰਹਿਣ ਨਾਲ, ਭਾਵ ਜੋ ਪਰਮੇਸ਼ਰ ਨੇ ਹੁਕਮ ਬਣਾ ਦਿੱਤਾ, ਰੱਬ ਜੀ ਨੇ ਜੋ ਆਪਣੀ ਸ੍ਰਿਸ਼ਟੀ ਜੋ ਸਾਜੀ ਹੈ ਨਾ, ਇਹਦੇ ਵਿੱਚ ਸਾਡੇ ਲਈ ਜੋ ਆਪਣਾ ਹੁਕਮ ਸਾਜਿਆ, ਉਸ ਹੁਕਮ ਦੇ ਵਿੱਚ ਰਹਿਣਾ। ਜੋ ਕਾਇਦਾ ਪਰਮੇਸ਼ਰ ਨੇ ਸਾਡੇ ਲਈ ਬਣਾਇਆ, ਈਸ਼ਵਰ ਨੇ ਸਾਡੇ ਲਈ ਬਣਾਇਆ, ਉਹਦੇ ਅਨੁਸਾਰ ਰਹਿਣਾ, ਉਹਦੀ ਰਜ਼ਾ 'ਚ ਰਹਿਣਾ, ਇਹੋ ਸਾਡੇ ਲਈ ਬਣ ਆਉਂਦਾ ਹੈ। ਸੋ ਮਹਾਰਾਜ ਕਹਿੰਦੇ ਕਲ ਮੈਂ ਏਕ ਨਾਮ ਕਿਰਪਾਨਿਦ ਜਾਂ ਜਪੈ ਗਤ ਪਾਵੈ। ਕਲਯੁਗ ਵਿੱਚ ਇੱਕ ਪਰਮੇਸ਼ਰ ਦਾ ਨਾਮ, ਜਿਸ ਨੂੰ ਜਪਣ ਨਾਲ ਭਾਵ ਹੁਕਮ ਦੇ ਵਿੱਚ ਚੱਲਣ ਨਾਲ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਉਸ ਹੁਕਮ ਨੂੰ ਸਮਝਣ ਦੇ ਨਾਲ ਕੀ ਹੁੰਦਾ ਜੀ? ਭਵ ਸਾਗਰ ਕਉ ਤਰਈ, ਭਵ ਸਾਗਰ ਨੂੰ ਤਰਿਆ ਜਾਂਦਾ ਵਾ। ਔਰ ਧਰਮ ਤਾਕੈ ਸਮਨਾਹਨ, ਇਹ ਵਿਦ ਵੇਦ ਬਤਾਵੈ। ਔਰ ਧਰਮ, ਜਿਹੜੇ ਹੋਰ ਧਰਮ ਨੇ, ਜਿਹੜੀਆਂ ਹੋਰ ਰਸਮਾਂ ਰੀਤਾਂ ਪ੍ਰਚਲਿਤ ਹੋ ਗਈਆਂ, ਗੁਰੂ ਤੇਗ ਬਹਾਦਰ ਜੀ ਕਹਿੰਦੇ ਤਾਕੈ ਸਮਨਾਹਨ। ਆ ਜਿਹੜੀ ਉੱਪਰ ਗੱਲ ਦੱਸੀ ਹੈ ਨਾ, ਕਲ ਮੈਂ ਏਕ ਨਾਮ ਕਿਰਪਾਨਿਦ ਜਾਂ ਹੀ ਜਪੈ ਗਤ ਪਾਵੈ, ਜੋ ਸਰਬ ਵਿਆਪਕ ਨੂੰ ਜਪਣਾ, ਉਸ ਨਾਲ ਜੁੜਨਾ ਆ, ਗਤ ਪਾਉਣੀ ਹੈ। ਔਰ ਧਰਮ ਤਾਕੈ ਸਮਨਾਹਨ, ਇਸ ਰਸਤੇ ਉੱਪਰ ਤੁਰਨ ਦੇ ਮੁਕਾਬਲੇ ਤੇ ਬਰਾਬਰ ਹੋਰ ਕੋਈ ਰਸਤਾ ਨਹੀਂ ਆ। ਇਹ ਵਿਧ, ਇਹ ਵਿਧੀ, ਇਹ ਤਰੀਕਾ ਵੇਦ ਬਤਾਵੈ, ਗਿਆਨ ਨੇ ਇਹ ਤਰੀਕਾ ਦੱਸਿਆ। ਇੱਥੇ ਵੇਦ ਦਾ ਅਰਥ ਨਿਕਲੇਗਾ ਗਿਆਨ, ਸਮਝ, ਅਹਰਨ ਮਤ, ਵੇਦ ਹਥਿਆਰ। ਜਿੱਥੇ ਦੱਦੇ ਨੂੰ ਔਂਕੜ ਆ ਜਾਏ ਨਾ ਵੇਦ ਦੇ, ਉੱਥੇ ਉਹ ਸ਼ਬਦ ਇੱਕ ਵਚਨ ਪੁਲਿੰਗ ਨਾਉ ਬਣ ਜਾਂਦਾ।
ਉੱਥੇ ਵੇਦ ਦਾ ਅਰਥ ਚਾਰ ਵੇਦ ਨਹੀਂ ਨਿਕਲਦੇ। ਜਿੱਥੇ ਚਾਰ ਵੇਦ ਨਿਕਲਦੇ ਆ ਉੱਥੇ ਵੇਦ ਦੇ ਦੱਦੇ ਨੂੰ ਔਂਕੜ ਨਹੀਂ ਹੁੰਦਾ, ਉਹਨੂੰ ਬਹੁਵਚਨ ਰੂਪ ਦੇ ਵਿੱਚ ਰੱਖਿਆ ਜਾਂਦਾ ਹੈ। ਪਰ ਜਿੱਥੇ ਇਹਨੂੰ ਇੱਕ ਵਚਨ ਰੂਪ 'ਚ ਰੱਖਣਾ ਹੋਵੇ ਉੱਥੇ ਇਹਨੂੰ ਔਂਕੜ ਲਗਾ ਦਿੱਤਾ ਜਾਂਦਾ ਆ। ਇਹ ਵਿਦ ਵੇਦ ਬਤਾਵੈ, ਕਿਰਿਆ ਵੀ ਇੱਕ ਵਚਨ ਆ। ਵੇਦ ਇਹ ਤਰੀਕਾ ਦੱਸਦਾ, ਸਮਝ ਇਹ ਗੱਲ ਦੱਸਦੀ ਹੈ, ਭਾਵ ਗੁਰੂ ਦਾ ਗਿਆਨ, ਗੁਰੂ ਦੀ ਸਮਝ ਜਾਂ ਸਤਿਗੁਰੂ ਇਹ ਦੱਸਦੇ ਨੇ ਬਈ ਇਹਦਾ ਪਰਮੇਸ਼ਰ ਦੇ ਪਿਆਰ ਦੇ ਮੁਕਾਬਲੇ ਉੱਪਰ ਹੋਰ ਦੂਜੀ ਕੋਈ ਚੀਜ਼ ਨਹੀਂ ਹੈ। ਸੁਖ ਦੁੱਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ। ਦੁਨੀਆ ਦੇ ਲੋਕੋ, ਤੁਸੀਂ ਕਹਿੰਦੇ ਹੋ ਵੀ ਰੱਬ ਸੁੱਖ ਦੁੱਖ ਤੋਂ ਰਹਿਤ ਹੈ, ਨਿਰਲੇਪ ਹੈ। ਜਾ ਕਉ ਕਹਿਤ ਗੁਸਾਈ, ਜਿਸ ਨੂੰ ਤੁਸੀਂ ਗੁਸਾਈ ਮਾਲਕ ਆਖਦੇ ਹੋ, ਸੋ ਤੁਮ ਹੀ ਮਹਿ ਬਸੈ ਨਿਰੰਤਰ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਕਹਿੰਦੇ ਉਹ ਪਰਮੇਸ਼ਰ ਤੁਮ ਹੀ ਮਹਿ ਬਸੈ ਨਿਰੰਤਰ, ਉਹ ਤੁਹਾਡੇ ਅੰਦਰ ਨਿਰੰਤਰ ਇੱਕ ਰਸ ਵਸ ਰਿਹਾ ਹੈ। ਨਾਨਕ ਦਰਪਨ ਨਿਆਈ। ਦਰਪਣ ਤੇ ਦੇਖਿਆ ਹੋਣਾ ਨਾ, ਸ਼ੀਸ਼ੇ 'ਚ ਆਪਣੀ ਸ਼ਕਲ ਤੁਸੀਂ ਵੇਖੀ ਹੋਣੀ ਕਈ ਵਾਰੀ, ਬੜੀ ਵਾਰੀ ਵੇਖੀ ਹੋਣੀ ਆ। ਅੱਜ ਦੇ ਸਮੇਂ ਉਦਾਹਰਣ ਲੈ ਲਈਏ ਵੀ ਆ ਮੋਬਾਈਲ ਫੋਨ ਤੇ ਤੁਸੀਂ ਸੈਲਫੀ ਲੈਂਦੇ ਹੋ ਤਾਂ ਤੁਸੀਂ ਮੋਬਾਈਲ ਫੋਨ ਦੇ ਵਿੱਚ ਥੋੜ੍ਹੀ ਵੜ ਗਏ ਹੋ। ਇੱਕ ਇਹਦਾ ਕੈਮਰਾ ਹੈ ਜਿਹੜਾ ਤੁਹਾਨੂੰ ਕੈਪਚਰ ਕਰ ਰਿਹਾ, ਤੁਸੀਂ ਇਹਦੇ ਵਿੱਚ ਦਿਸ ਰਹੇ ਹੋ। ਕਿਵੇਂ? ਤੁਹਾਡਾ ਪ੍ਰਤੀਬਿੰਬ ਇਹਦੇ ਵਿੱਚ ਆਣ ਵੜਿਆ ਹੈ, ਪਰ ਤੁਸੀਂ ਤੇ ਬਾਹਰ ਖੜੋਤੇ ਹੋ ਨਾ, ਜਿਵੇਂ ਦੇ ਹੋ ਉਵੇਂ ਦੀ ਉਹਦੇ ਵਿੱਚੋਂ ਦਿਸ ਰਹੇ ਹੋ। ਨਾਨਕ ਦਰਪਣ ਨਿਆਈ, ਜਿਵੇਂ ਦਰਪਣ ਵਿੱਚ ਤਸਵੀਰ ਵਸਦੀ ਆ, ਜੋ ਵੀ ਸਾਹਮਣੇ ਆ ਜਾਂਦਾ ਦਰਪਣ ਉਹੀ ਵਿਖਾ ਦਿੰਦਾ। ਸੈਲਫੀ ਲੈਣ ਲੱਗੇ ਹੋ ਕੈਮਰੇ ਤੇ, ਮੋਬਾਈਲ ਫੋਨ ਤੇ ਜਿਵੇਂ ਦੇ ਹੈਗੇ ਹੋ ਉਹਨੇ ਉਵੇਂ ਦਾ ਵਿਖਾ ਦੇਣਾ ਆ ਤੁਹਾਨੂੰ। ਜਿਵੇਂ ਉਹ ਤੁਹਾਡਾ ਅਕਸ਼ ਸੈਲਫੀ ਰਾਹੀਂ ਮੋਬਾਈਲ ਫੋਨ 'ਚ ਵਸਦਾ ਆ, ਤੁਹਾਡਾ ਪ੍ਰਤੀਬਿੰਬ ਸ਼ੀਸ਼ੇ ਦੇ ਵਿੱਚ ਵਸਦਾ ਆ, ਉਹਦੇ ਸਾਹਮਣੇ ਖੜਾਉਨੇ, ਉਹਦੇ ਵਿੱਚੋਂ ਦਿਸਦੇ ਹੋ ਤੁਸੀਂ। ਇੱਦਾਂ ਹੀ ਪਰਮੇਸ਼ਰ ਤੁਹਾਡੇ ਅੰਦਰ ਵਸਦਾ, ਤੁਸੀਂ ਪਰਮੇਸ਼ਰ ਅੰਦਰ ਵਸਦੇ ਹੋ। ਨਾਨਕ ਦਰਪਣ ਨੇ, ਜਿਵੇਂ ਦਰਪਣ 'ਚ ਪ੍ਰਤੀਬਿੰਬ ਹੁੰਦਾ, ਇੱਦਾਂ ਹੀ ਭਾਈ ਸਾਡੇ ਅੰਦਰ ਪਰਮੇਸ਼ਰ ਹੈ, ਅਸੀਂ ਪਰਮੇਸ਼ਰ ਵਿੱਚ ਹਾਂ। ਤੇ ਹੁਣ ਇਹ ਅਸੀਂ ਪਛਾਣਨਾ ਵੀ ਰੱਬ ਸਾਡੇ ਵਿੱਚ ਤੇ ਅਸੀਂ ਰੱਬ ਵਿੱਚ ਕਿਵੇਂ ਆ, ਕਿਸ ਰੂਪ ਵਿੱਚ ਆ। ਅਸੀਂ ਤੇ ਹੁਕਮ ਰੂਪ ਹੋ ਕੇ ਪਰਮੇਸ਼ਰ ਵਿੱਚ ਸਮਾਉਣਾ, ਤੇ ਪਰਮੇਸ਼ਰ ਕੁਦਰਤ ਦੀਆਂ ਬੇਅੰਤ ਵੰਨਗੀਆਂ ਦੇ ਰਾਹੀਂ ਸਾਡੇ ਆਲੇ ਦੁਆਲੇ ਹਰ ਵੇਲੇ ਸਾਡੇ ਅੰਗ ਸੰਗਾ, ਹਰ ਵੇਲੇ, ਕਦੀ ਵੀ ਸਾਡੇ ਤੋਂ ਵੱਖ ਨਹੀਂ, ਦੂਰ ਨਹੀਂ ਆ। ਸੋ ਇਵੇਂ ਸਮਝਾਇਆ ਹੈ ਭਾਈ। ਇਹ ਹੁਣ ਤੁਸੀਂ ਦੇਖ ਲਓ ਵੀ ਇਹ ਜਿਹੜੀ ਭਗਤੀ ਹੈ ਕਿਵੇਂ ਕਰਨੀ ਆ। ਜਾਤੇ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਿਰੈ। ਹੁਣ ਇਹ ਭਗਤੀ ਪਰਮੇਸ਼ਰ ਦੀ ਇਹ ਤੁਸੀਂ ਕਿੰਝ ਕਰਨੀ ਹੈ, ਕਿਵੇਂ ਕਰਨੀ, ਇਹ ਤੁਸੀਂ ਵੇਖਣਾ। ਗੁਰੂ ਜੀ ਨੇ ਤੇ ਸਾਨੂੰ ਇੱਕ ਟ੍ਰਿਕ ਦੇ ਦਿੱਤਾ, ਇੱਕ ਟੌਪਿਕ ਦੇ ਦਿੱਤਾ, ਇੱਕ ਰਾਹ ਵਿਖਾ ਦਿੱਤਾ, ਉਹਦੇ ਉੱਪਰ ਚੱਲਣਾ ਹੁਣ ਅਸੀਂ ਹੈ। ਅੱਗੇ 20 ਨੰਬਰ ਸ਼ਬਦ ਹੈ ਜੀ, ਆਪਾਂ ਪਾਠ ਕਰੀਏ। ਸੋਰਠ ਰਾਗ ਦਾ ਆ, 6 ਨੰਬਰ ਸ਼ਬਦ ਹੈ ਸੋਰਠ ਰਾਗ ਵਿੱਚ। ਮਾਈ ਮੈਂ ਕਿਹ ਬਿਦ ਲਖਾਉ ਗੁਸਾਈ, ਮਹਾ ਮੋਹ ਅਗਿਆਨ ਤਿਮਰ, ਮੋਹ ਮਨ ਰਹਿਓ ਉਰਜਾਈ ਰਹਾਓ। ਸਗਲ ਜਨਮ ਭਰਮ ਹੀ ਭਰਮ ਖੋਇਓ, ਨਹ ਅਸਥਿਰ ਮਤ ਪਾਈ, ਵਿਖਿਆ ਸਖਤ ਰਹਿਓ ਨਿਸਬਾਸੁਰ, ਨਹ ਛੂਟੀ ਅਦਮਾਈ। ਸਾਧੂ ਸੰਗ ਕਬਹੂ ਨਹੀਂ ਕੀਨਾ, ਨਹ ਕੀਰਤ ਪ੍ਰਭ ਗਾਈ, ਜਨ ਨਾਨਕ ਮੈਂ ਨਾਹਿ ਕੋਊ ਗੁਣ, ਰਾਖ ਲੇਹੁ ਸ਼ਰਨਾਈ। ਇਹ 20 ਨੰਬਰ ਸ਼ਬਦ ਆ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ, ਤੇ ਰਾਗ ਸੋਰਠ ਦਾ ਇਹ 6ਵਾਂ ਸ਼ਬਦ ਹੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ। ਪਾਠ ਉਚਾਰਨ ਵਿਸ਼ਰਾਮਾਂ ਦੀ ਗੱਲ ਆਪਾਂ ਕਰੀਏ। ਮਾਈ ਇੱਥੇ ਵਿਸ਼ਰਾਮ ਦੇਣਾ ਹੈ, ਇਹ ਸੰਬੋਧਨੀ ਸ਼ਬਦ ਹੈ। ਮੈਂ ਕਿਹ ਬਿਦ ਲਖਾਉ ਗੁਸਾਈ, ਹੁਣ ਇੱਥੇ ਮੈਂ ਪੜਨਾ, ਇਹ ਉੱਤਮ ਪੁਰਖੀ ਪੜਨਾਮ ਹੈ, ਇੱਕ ਵਚਨ। ਮੈਂ ਕਿਹ ਬਿਦ ਲਖਾਉ ਗੁਸਾਈ, ਲਖਾਉ ਊੜੇ ਅੰਕੜ ਉੱਤੇ ਬਿੰਦੀ ਲਾ ਕੇ ਨਾਸਕੀ ਉਚਾਰਨ ਕਰਨਾ, ਕਿਰਿਆ ਉੱਤਮ ਪੁਰਖ ਦੀ ਹੈ। ਮਾਈ ਵਿਸ਼ਰਾਮ, ਮੈਂ ਕਿਹ ਬਿਦ ਲਖਾਉ ਗੁਸਾਈ, ਇਉਂ ਪਾਠ ਕਰਨਾ। ਮਹਾ ਮੋਹ ਅਗਿਆਨ ਤਿਮਰ, ਮੋਹ ਮਨ ਰਹਿਓ ਉਰਝਾਈ, ਮੋਹ ਮਨ ਰਹਿਓ ਉਰਝਾਈ, ਏਦਾਂ ਪਾਠ ਕਰਨਾ। ਤਿਮਰ ਤੇ ਵਿਸ਼ਰਾਮ ਦੇ ਕੇ। ਸਗਲ ਜਨਮ ਭਰਮ ਹੀ ਭਰਮ ਖੋਇਓ, ਵਿਸ਼ਰਾਮ। ਨਹ ਅਸਥਿਰ ਮਤ ਪਾਈ, ਨਹ ਅਸਥਿਰ ਮਤ ਪਾਈ, ਨਹ ਇਹਨੂੰ ਨਹਿ ਨਹੀਂ ਪੜਨਾ, ਨਹਿ ਵੀ ਨਹੀਂ ਪੜਨਾ, ਸਦਾ ਨਹ, ਨੰਨਾ ਮੁਕਤਾ ਹਾਹਾ ਮੁਕਤਾ। ਨੰਨੇ ਦਾ ਉਚਾਰਨ ਨਾਸਕੀ ਹੋਏਗਾ, ਕਿਉਂਕਿ ਇਹ ਅੱਖਰ ਨਾਸਕੀ ਹੈ। ਨੰਨਾ ਨੱਕ ਵਿੱਚੋਂ ਬੋਲਿਆ ਜਾਂਦਾ ਹੈ, ਇਹ ਨਾਸਕੀ ਧੁਨੀ ਹੈ। ਸੋ ਇਸ ਲਈ ਨਹ
ਅਸਥਿਰ ਮਤ ਪਾਈ, ਇੱਦਾਂ ਪੜ੍ਹਨਾ। ਵਿਖਿਆ ਸਖਤ ਰਹਿਓ ਨਿਸਬਾਸੁਰ, ਬਾਸੁਰ ਤੇ ਵਿਸ਼ਰਾਮ ਦੇਣਾ, ਸੱਸੇ ਨੂੰ ਔਂਕੜਿਆ ਉਚਾਰਨ ਕਰਾਂਗੇ। ਨਹ ਛੂਟੀ ਅਧਮਾਈ, ਸਾਧੂ ਸੰਗ ਕਬਹੂ ਨਹੀਂ ਕੀਨਾ, ਵਿਸ਼ਰਾਮ। ਨਹ ਕੀਰਤ ਪ੍ਰਭ ਗਾਈ, ਜਨ ਨਾਨਕ ਵਿਸ਼ਰਾਮ। ਮੈਂ ਨਾਹਿ ਕੋਊ ਗੁਣ, ਮੈਂ ਉਤਮ ਪੁਰਖ ਪੜਨਾਮ ਮੈਂ ਨਾਹਿ ਕੋਊ ਗੁਣ, ਵਿਸ਼ਰਾਮ। ਰਾਖ ਲੇਹ ਸ਼ਰਨਾਈ, ਰਾਖ ਲੇਹ ਸ਼ਰਨਾਈ, ਰਾਖ ਲੇਹੋ ਸ਼ਰਨਾਈ, ਐਦਾਂ ਨਹੀਂ ਪੜ੍ਹਨਾ। ਹਾਹੇ ਨੂੰ ਔਂਕੜ ਲਘੂ ਮਾਤਰਾ ਆ, ਇਹਦਾ ਲਘੂ ਉਚਾਰਨ ਕਰਨਾ। ਲੱਲੇ ਨੂੰ ਲਾਵਾਂ ਦੀਰਘ ਮਾਤਰਾ ਆ, ਇਹਦਾ ਦੀਰਘ ਉਚਾਰਨ ਕਰਨਾ। ਲੇਹ, ਰਾਖ ਲੇਹ ਸ਼ਰਨਾਈ, ਇਹਦਾ ਪਾਠ ਕਰਨਾ। ਸੋ ਵਿਸ਼ਰਾਮਾਂ ਦੇ ਸੰਬੰਧ ਵਿੱਚ ਬੇਨਤੀਆਂ ਕੀਤੀਆਂ, ਉਚਾਰਨ ਦੇ ਸੰਬੰਧ ਵਿੱਚ ਆਪਾਂ ਸਮਝੀਏ ਹੁਣ ਇਸ ਸ਼ਬਦ ਨੂੰ। ਲਿਖਦੇ ਹਨ ਮਾਈ, ਮੈਂ ਕਿਹ ਬਿਧ ਲਖਾਉ ਗੁਸਾਈ, ਹੇ ਮਾਂ ਮੈਂ ਰੱਬ ਨੂੰ ਕਿਵੇਂ ਜਾਣਾ। ਕਿਹ ਬਿਧ ਲਖਾਉ, ਲਖਾਉ ਜਾਣਾ ਸਮਝਾਂ, ਮੈਂ ਰੱਬ ਨੂੰ ਕਿਵੇਂ ਜਾਣਾ, ਗੁਸਾਈ ਨੂੰ ਪਰਮੇਸ਼ਰ ਨੂੰ ਕਿਵੇਂ ਜਾਣਾ। ਕਿਉਂ? ਕਿਉਂਕਿ ਮਹਾ ਮੋਹ ਅਗਿਆਨ ਤਿਮਰ, ਕਿਉਂਕਿ ਮਹਾ ਮੋਹ ਅਤੇ ਅਗਿਆਨਤਾ ਦੇ ਹਨੇਰੇ ਵਿੱਚ, ਤਿਮਰ ਦੇ ਰਾਰੇ ਨੂੰ ਸਿਹਾਰੀ ਹੈ, ਜਿਸ ਦਾ ਅਰਥ ਨਿਕਲੇਗਾ ਹਨੇਰੇ ਵਿੱਚ। ਤਿਮਰ ਦਾ ਅਰਥ ਹੁੰਦਾ ਹਨੇਰਾ। ਅਗਿਆਨਤਾ ਦੇ ਹਨੇਰੇ ਅਤੇ ਮਹਾ ਭਿਆਨਕ ਮੋਹ ਵਿੱਚ ਮੋਹ ਮਨ ਰਹਿਓ ਉਰਝਾਈ, ਮੇਰਾ ਮਨ ਉਲਝਿਆ ਰਿਹਾ। ਮੇਰਾ ਮਨ ਜਾਂ ਤਾਂ ਮੋਹ ਵਿੱਚ ਉਲਝਿਆ ਹੋਇਆ ਜਾਂ ਅਗਿਆਨਤਾ ਦੇ ਹਨੇਰੇ 'ਚ ਫਸਿਆ ਹੋਇਆ। ਅਗਿਆਨਤਾ ਦੇ ਹਨੇਰੇ 'ਚ ਫਸੇ ਹੋਣ ਕਰਕੇ, ਮੋਹ ਵਿੱਚ ਫਸੇ ਹੋਣ ਕਰਕੇ ਦੱਸੋ ਮੈਂ ਸਰਵ ਵਿਆਪਕ ਈਸ਼ਵਰ ਨੂੰ, ਜੋ ਘਟ ਘਟ ਵਿੱਚ ਵਿਆਪਕ ਹੈ, ਜਿਹਦੀ ਵਿਆਖਿਆ ਆਪਾਂ ਪਿਛਲੇ ਸ਼ਬਦ ਵਿੱਚ ਕਰਕੇ ਆਏ ਹਾਂ, ਉਸ ਨੂੰ ਮੈਂ ਕਿਵੇਂ ਲਿਖਾਂ, ਕਿਵੇਂ ਉਸ ਨੂੰ ਜਾਣਾ, ਕਿਵੇਂ ਉਸ ਨਾਲ ਜੁੜਾਂ। ਦੱਸਦੇ ਹਨ ਸਗਲ ਜਨਮ ਭਰਮ ਹੀ ਭਰਮੁਖ ਹੋਇਓ, ਨਹ ਅਸਥਿਰ ਮਤ ਪਾਈ, ਸਾਰਾ ਜਨਮ ਜ਼ਿੰਦਗੀ ਭਰਮ ਹੀ ਭਰਮੁਖ ਹੋਇਓ, ਭਰਮਾਂ ਵਿੱਚ ਹੀ ਖੋ ਦਿੱਤੀ। ਭਟਕਣਾ ਵਿੱਚ ਪੈ ਕੇ, ਭਰਮਾਂ ਵਿੱਚ ਪੈ ਕੇ ਸਾਰੀ ਜ਼ਿੰਦਗੀ ਇੱਦਾਂ ਹੀ ਖੋ ਦਿੱਤੀ। ਨਹ ਅਸਥਿਰ ਮਤ ਪਾਈ, ਸਥਿਰ ਮਤ, ਟਿਕਾ ਵਾਲੀ ਮਤ, ਥਿਰ ਮਤ, ਜਿਹੜੀ ਥਿਰ ਮਤ ਆ ਨਾ ਟਿਕਾ ਵਾਲੀ, ਉਹ ਤੇ ਪ੍ਰਾਪਤ ਹੀ ਨਹੀਂ ਕੀਤੀ। ਵਿਖਿਆ ਸਖਤ ਰਹਿਓ ਨਿਸ ਬਾਸੁਰ, ਨਿਸ ਦਾ ਅਰਥ ਰਾਤ, ਬਾਸੁਰ ਦਾ ਅਰਥ ਦਿਨ। ਦਿਨੇ ਅਤੇ ਰਾਤ ਵਿਸ਼ਿਆਂ ਦੇ ਵਿੱਚ, ਮਾਇਆ ਦੇ ਵਿੱਚ ਹੀ ਉਲਝਿਆ ਰਿਹਾ। ਮਾਇਆ ਵਿੱਚੋਂ ਨਿਕਲ ਹੀ ਨਹੀਂ ਸਕਿਆ। ਬੇਸ਼ੱਕ ਦਿਨ ਸੀ, ਬੇਸ਼ੱਕ ਰਾਤ ਸੀ, ਮੋਹ ਵਿੱਚ, ਮਾਇਆ ਵਿੱਚ ਫਸਿਆ ਰਿਹਾ, ਅਗਿਆਨਤਾ ਵਿੱਚ, ਨਾ ਸਮਝੀ 'ਚ ਫਸਿਆ ਰਿਹਾ। ਨਹ ਛੂਟੀ ਅਧਮਾਈ, ਇੱਦਾਂ ਮੇਰੀ ਜਿਹੜੀ ਤ੍ਰਿਸ਼ਨਾ ਸੀ ਉਹ ਛੁੱਟੀ ਨਹੀਂ, ਉਹ ਖਤਮ ਹੀ ਨਹੀਂ ਹੋਈ। ਸਾਧ ਸੰਗ ਕਬਹੂ ਨਹੀਂ ਕੀਨਾ, ਜਿੱਥੋਂ ਮੈਨੂੰ ਸਮਝ ਪੈਣੀ ਸੀ ਮੈਂ ਬਚਾ ਕਿਵੇਂ ਕਰਨਾ ਆ, ਉਹ ਸਾਧ ਸੰਗਤ, ਗੁਰੂ ਦੀ ਸੰਗਤ ਮੈਂ ਕਦੀ ਕੀਤੀ ਹੀ ਨਹੀਂ। ਨਹ ਕੀਰਤ ਪ੍ਰਭ ਗਾਈ, ਤੇ ਨਾ ਹੀ ਪ੍ਰਭੂ ਦੀ ਕੀਰਤੀ ਗਾਈ, ਨਾ ਹੀ ਰੱਬ ਦੀ ਸਿਫਤ ਸਲਾਹ ਕੀਤੀ। ਸਿਫਤ ਸਲਾਹ ਵੀ ਨਹੀਂ ਕਰ ਪਾਏ ਰੱਬ ਦੀ। ਸਿਫਤ ਸਲਾਹ ਕਿੱਥੇ ਬੈਠ ਕੇ ਕਰਨੀ ਸੀ? ਸਾਧ ਸੰਗਤ ਵਿੱਚ। ਸਾਧ ਸੰਗਤ ਕਬਹੂ ਨਹੀਂ ਕੀਨਾ, ਗੁਰੂ ਦੀ ਸੰਗਤ ਕਦੇ ਕੀਤੀ ਹੀ ਨਹੀਂ। ਫਿਰ ਸਮਝ ਕਿੱਥੋਂ ਪਵੇ? ਜਿੱਥੋਂ ਲੈਸਨ ਮਿਲਣਾ ਸੀ, ਜਿੱਥੋਂ ਸਮਝ ਮਿਲਣੀ ਸੀ, ਜਿੱਥੋਂ ਐਜੂਕੇਸ਼ਨ ਮਿਲਣੀ ਸੀ, ਜਿੱਥੋਂ ਨੌਲੇਜ ਮਿਲਣੀ ਸੀ, ਉਹ ਜਗ੍ਹਾ ਉੱਪਰ ਤੇ ਕਦੀ ਗਏ ਹੀ ਨਹੀਂ। ਨਿਆਣਾ ਸਕੂਲ ਵਿੱਚ ਤੇ ਕਦੀ ਗਿਆ ਨਾ ਹੋਵੇ, ਤੇ ਤੁਸੀਂ ਉਹਦੇ ਤੋਂ ਪੁੱਛਣ ਲੱਗ ਜਾਓ ਥਿਊਰੀ ਆਫ ਐਵੋਲਿਊਸ਼ਨ ਦੱਸੋ ਕੀ ਆ। ਜਿਹੜਾ ਬੱਚਾ ਕਦੇ ਸਕੂਲੇ ਨਹੀਂ ਗਿਆ ਉਹ ਦੱਸ ਪਾਏਗਾ। ਮੈਥਾਮੈਟਿਕਸ ਦੇ ਫਾਰਮੂਲੇ ਆ ਜਿਹੜੇ ਉਹ ਪੁੱਛਣ ਲੱਗ ਜਾਓ, ਸਾਈਨ ਥੀਟਾ, ਕਾਸ ਥੀਟਾ ਦੇ ਇਤਿਆਦਿਕ ਇਹ ਗੱਲਾਂ ਉਹਨਾਂ ਤੋਂ ਪੁੱਛਣ ਲੱਗ ਜਾਓ, ਦੱਸ ਪਾਉਣਗੇ? ਉਹ ਨਹੀਂ ਦੱਸ ਪਾਉਣਗੇ, ਹੈ ਨਾ। ਕਿਊਬ ਕਿਸ ਨੂੰ ਆਖਦੇ ਆ? ਕਿਊਬ ਦਾ ਏਰੀਆ ਕੱਢਣਾ ਹੋਵੇ ਤੇ ਕਿਵੇਂ ਕੱਢੀਦਾ ਹੈ। ਜੇ ਇਹ ਪੁੱਛੋ ਨਿਆਣੇ ਨੂੰ ਰੈਕਟੈਂਗਲ ਦਾ ਏਰੀਆ ਦੱਸ ਪਾਈ, ਹੈ ਨਾ, ਟਰਾਇੰਗਲ ਦਾ ਏਰੀਆ ਦੱਸ ਕਿਵੇਂ ਕੱਢੀਦਾ ਆ, ਟਰਾਇੰਗਲ ਦੇ ਜਿਹੜੇ ਐਂਗਲ ਆ ਉਹ ਕਿੰਨੇ ਕਿੰਨੇ ਡਿਗਰੀ ਦੇ ਹੁੰਦੇ ਆ, ਉਹ ਦੱਸ ਪਾਏਗਾ? ਨਹੀਂ, ਉਹ ਨਹੀਂ ਦੱਸ ਪਾਏਗਾ, ਕਿਉਂਕਿ ਕਦੇ ਸਕੂਲ ਹੀ ਨਹੀਂ ਗਿਆ। ਤੇ ਜਿਹਨੇ ਸਾਧ ਸੰਗਤ ਨਹੀਂ ਕੀਤੀ, ਜਿਹਨੇ ਗੁਰੂ ਦੀ ਸੰਗਤ ਨਹੀਂ ਕੀਤੀ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰ ਕੇ ਇਸ ਤੋਂ ਸਮਝ ਹੀ ਨਹੀਂ ਲਈ, ਉਹ ਫਿਰ ਕਿਵੇਂ ਵਿਸ਼ੇ ਵਿਕਾਰਾਂ ਤੋਂ ਛੁਟਕਾਰਾ ਪਾਏਗਾ? ਉਹ ਤੇ ਅਗਿਆਨਤਾ ਵਿੱਚ ਉਲਝੇਗਾ ਨਾ। ਉਹਨੂੰ ਤੇ ਫਿਰ ਉਲਝਾ ਲਿਆ ਜਾਂਦਾ ਵੀ ਐਂ ਬੈਠ, ਐਂ ਚੌਕੜਾ ਲਾ, ਇੱਦਾਂ ਅੱਖਾਂ ਬੰਦ ਕਰ, ਆਹ ਮੰਤਰ ਆ ਇਹਦਾ ਜਾਪ ਕਰ, ਆਹ ਤੈਨੂੰ ਮਾਲਾ ਦੇ ਦਿੱਤੀ, ਫਲਾਣਾ ਤੀਰਥ ਆ ਉੱਥੇ ਨਹਾ ਕੇ ਆਇਆ ਕਰ। ਉਹ ਤੇ ਫਿਰ ਇਹਨਾਂ ਚੀਜ਼ਾਂ 'ਚ ਪਏਗਾ ਨਾ।
ਪਰ ਗੁਰੂ ਸਾਹਿਬ ਇਹਦੇ ਚੋਂ ਕੱਢਦੇ ਆ। ਹੁਣ ਪੂਰੇ ਦੇ ਪੂਰੇ ਸ਼ਬਦ ਜਿਹੜੇ ਆਪਾਂ ਹੁਣ ਤੱਕ ਵਿਚਾਰ ਕੇ ਆਏ ਆ, ਇਹ 20 ਨੰਬਰ ਸ਼ਬਦ ਚੱਲ ਰਿਹਾ। ਇਹਨਾਂ ਵਿੱਚੋਂ ਇੱਕ ਵੀ ਸ਼ਬਦ ਵਿੱਚ ਗੁਰੂ ਸਾਹਿਬ ਨੇ ਕਿਸੇ ਉਚੇਚੇ ਥਾਂ ਤੇ ਜਾ ਕੇ ਭਗਤੀ ਕਰਨ ਦੀ ਬਾਬਤ ਸਾਨੂੰ ਕੋਈ ਇਸ਼ਾਰਾ ਦਿੱਤਾ ਨਹੀਂ, ਬਲਕਿ ਗੁਰੂ ਸਾਹਿਬ ਤੇ ਦੱਸ ਰਹੇ ਨੇ ਤੁਹਾਡਾ ਮਨ ਹੀ ਪਰਮੇਸ਼ਰ ਦਾ ਰੂਪ ਆ, ਤੁਸੀਂ ਆਪਣੇ ਅੰਦਰੋਂ ਢੂੰਡੋ। ਤੇ ਜਿੱਥੋਂ ਸਾਨੂੰ ਇਹ ਸਿੱਖਿਆ ਮਿਲਦੀ ਉਸ ਜਗ੍ਹਾ ਉੱਪਰ ਗਏ ਨਹੀਂ। ਜਨ ਨਾਨਕ ਮੈਂ ਨਾ ਹੀ ਕੋਊ ਗੁਣ ਰਾਖ ਲੇ ਹੋ ਸ਼ਰਨਾਈ। ਹੇ ਵਾਹਿਗੁਰੂ, ਨੌਵੇਂ ਪਾਤਸ਼ਾਹ ਕਹਿ ਰਹੇ ਨੇ ਮੈਂ ਨਾ ਹੀ ਕੋਊ ਗੁਣ, ਮੈਂ ਵਿੱਚ ਮੇਰੇ ਵਿੱਚ ਕੋਈ ਗੁਣ ਨਹੀਂ ਆ। ਰਾਖ ਲੇ ਹੋ ਸ਼ਰਨਾਈ, ਤੇਰੀ ਸ਼ਰਨ ਆਏ ਆ, ਤੂੰ ਰੱਖ ਲੈ, ਤੂੰ ਸਮਝ ਦੇ, ਤੂੰ ਅਕਲ ਦੇ, ਤੂੰ ਮੱਤ ਦੇ, ਤੂੰ ਸਾਨੂੰ ਸਿਆਣੇ ਬਣਾ, ਤਾਂ ਜੋ ਅਸੀਂ ਤੈਨੂੰ ਜਾਣ ਸਕੀਏ, ਤੇਰੇ ਵਿੱਚ ਜੁੜ ਸਕੀਏ। ਕਿਹ ਬਿਦ ਲਖਾਉ ਗੁਸਾਈ, ਕਿਵੇਂ ਗੁਸਾਈ ਨੂੰ ਜਾਣੀਏ, ਕਿਵੇਂ ਰੱਬ ਨੂੰ ਜਾਣੀਏ। ਸੋ ਰੱਬ ਨੂੰ ਜਾਣਨ ਦਾ ਤਰੀਕਾ ਹੈ ਜੀ, ਗੁਰੂ ਦੀ ਸੰਗਤ ਵਿੱਚ ਆ ਕੇ ਸਤਿਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਸਿੱਖਿਆ ਨੂੰ, ਗੁਰੂ ਦੀ ਮੱਤ ਨੂੰ, ਗੁਰੂ ਦੇ ਦਿੱਤੇ ਹੋਏ ਗਿਆਨ ਨੂੰ ਅਸੀਂ ਆਪਣੇ ਜੀਵਨ, ਆਪਣੇ ਕਰਮਾਂ ਵਿੱਚ ਵਸਾਈਏ। ਜਦੋਂ ਤੱਕ ਗੁਰਬਾਣੀ ਸਾਡੇ ਕਰਮ ਅਭਿਆਸ ਦਾ ਹਿੱਸਾ ਨਹੀਂ ਨਾ ਬਣਦੀ, ਉਦੋਂ ਤੱਕ ਗੱਲ ਨਹੀਂ ਬਣੇਗੀ। ਰਸਨਾ ਦਾ ਸ਼ਿੰਗਾਰ ਤੇ ਗੁਰਬਾਣੀ ਬੜੇ ਬਣਾ ਲੈਂਦੇ ਆ, ਪਰ ਠੀਕ ਆ, ਭਲੀ ਬਾਤ ਆ, ਤੁਹਾਡੀ ਰਸਨਾ ਦਾ ਸ਼ਿੰਗਾਰ ਗੁਰਬਾਣੀ ਬਣੀ ਆ, ਪਰ ਰਸਨਾ ਦੇ ਨਾਲ ਨਾਲ ਆਪਣੇ ਕਰਮਾਂ ਦਾ ਸ਼ਿੰਗਾਰ ਵੀ ਗੁਰਬਾਣੀ ਦੇ ਉਪਦੇਸ਼ ਨੂੰ ਬਣਾਓ। ਗੁਰਬਾਣੀ ਸਾਡੇ ਕਰਮ ਅਭਿਆਸ ਦਾ ਹਿੱਸਾ ਵੀ ਹੋਵੇ, ਰੋਜ਼ਮਰਾ ਦੀ ਜ਼ਿੰਦਗੀ ਵਿੱਚ ਗੁਰਬਾਣੀ ਦਾ ਉਪਦੇਸ਼ ਕਮਾਇਆ ਜਾਂਦਾ ਹੋਵੇ। ਇਹ ਉਪਦੇਸ਼ ਗੁਰੂ ਜੀ ਨੇ ਇਸ 20 ਨੰਬਰ ਸ਼ਬਦ ਵਿੱਚੋਂ ਦਿੱਤਾ ਹੈ, ਤੇ ਇਹਦੇ ਉੱਪਰ ਚੱਲ ਕੇ ਅਸੀਂ ਗੁਸਾਈ ਨੂੰ ਲੱਖ ਸਕਦੇ ਹਾਂ, ਜਾਣ ਸਕਦੇ ਹਾਂ। ਸੋ ਇਸ ਹਿੱਸੇ ਵਿੱਚ ਇੰਨੇ ਹੀ 2 ਸ਼ਬਦਾਂ ਦੀ ਵਿਚਾਰ ਆਪਾਂ ਕਰ ਸਕੇ ਹਾਂ। 21 ਨੰਬਰ ਸ਼ਬਦ ਆਪਾਂ ਅਗਲੇ ਹਿੱਸੇ ਵਿੱਚ ਸਾਂਝਾ ਕਰਾਂਗੇ। ਤੁਸੀਂ ਜੁੜੇ ਰਹੋ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਟਰੁੱਖਾਂ ਦੇ ਉੱਪਰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ